ਰਾਂਝੇ ਦਾ ਉੱਤਰ ਬਾਲ ਨਾਥ ਨੂੰ, ਤੁਸਾਂ ਬਖਸ਼ਣਾ ਜੋਗਤਾ ਕਰੋ ਕਿਰਪਾ, ਦਾਨ ਕਰਦਿਆਂ ਢਿੱਲ ਨਾ ਲੋੜੀਏ ਜੀ। ਜਿਹੜਾ ਆਸ ਕਰਕੇ ਡਿੱਗ ਆਣ ਦੁਆਰੇ, ਜਿਉਂ ਉਸਦਾ ਚਾਏ ਨਾ ਲੋੜੀਏ ਜੀ। ਹੁਣ ਅੱਗੇ ਰਾਂਝਾ ਜਿਹੜਾ ਆ ਉਹ ਕਹਿ ਰਿਹਾ ਆ ਕਿ ਬਾਲਨਾਥ ਨੂੰ ਵਾਰਿਸ ਸ਼ਾਹ ਕਹਿੰਦੇ ਨੇ ਕਿ ਰਾਂਝੇ ਨੇ ਜਦੋਂ ਬਾਲਨਾਥ ਨੂੰ ਬੇਨਤੀ ਕੀਤੀ ਹੈ ਤਾਂ ਉਸ ਸਮੇਂ ਜਿਹੜਾ ਉਹ ਕਹਿ ਰਿਹਾ ਕਿ ਉਹਨੂੰ ਜੋਗ ਦੇਣਾ ਹੀ ਹੈ, ਕਿ ਉਹ ਉਹਨੂੰ ਜੋਗ ਦੇਣ ਦੀ ਜਿਹੜੀ ਇੱਕ ਕਿਰਪਾ ਜਿਹੜੀ ਹੈ ਉਹ ਜ਼ਰੂਰ ਕਰੇ, ਇੱਕ ਦਾਨ ਵਜੋਂ ਜਿਹੜਾ ਉਹਨੂੰ ਜੋਗ ਦੇਵੇ, ਤਾਂ ਕਿ ਉਹ ਜਿਹੜਾ ਆ ਦਾਨ ਕਰਨ ਦੇ ਵਿੱਚ ਜਿਹੜਾ ਉਹ ਦੇਰੀ ਨਾ ਲਾਵੇ, ਢਿੱਲ ਨਾ ਕਰੇ, ਮਤਲਬ ਦੇਰੀ ਨਾ ਲਾਵੇ। ਜਿਹੜਾ ਆਸ ਆਣ ਕਿ ਮੈਂ ਤੇਰੇ ਅੱਗੇ ਜਿਹੜਾ ਆ ਇੱਕ ਪੂਰੀ ਸ਼ਰਧਾ ਦੇ ਨਾਲ, ਪੂਰੀ ਨਿਸ਼ਠਾ ਦੇ ਨਾਲ ਜਿਹੜਾ ਧਾਰ ਕੇ ਜਿਹੜਾ ਤੇਰੇ ਅੱਗੇ ਆਇਆ ਹੋਇਆ ਹਾਂ, ਤੇਰੇ ਕੋਲ ਜੋਗ ਧਾਰਨ ਕਰਨ ਵਾਸਤੇ ਆਇਆ, ਤੇਰੇ ਚਰਨੀ ਆਇਆ ਹੋਇਆ ਆ, ਇਸ ਕਰਕੇ ਜਿਹੜਾ ਆ ਤੂੰ ਮੈਨੂੰ ਜਿਹੜਾ ਆ ਉਹ ਤਾਰ ਦੇਵੇ, ਨਾ ਕਿ ਮੈਨੂੰ ਕਿਸੇ ਚੀਜ਼ ਦੇ ਵਿੱਚ ਡੋਬੇ। ਸਿਦਕ ਬਣ ਕੇ ਜਿਹੜਾ ਚਰਨ ਲਾਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ, ਕਿ ਮੈਂ ਤੇਰੇ ਗੁਰੂ ਦੇ ਚਰਨ ਵਿੱਚ ਆਇਆ ਹੋਇਆ ਹਾਂ, ਇਸ ਕਰਕੇ ਤੂੰ ਮੈਨੂੰ ਪਾਰ ਲੰਘਾ, ਨਾ ਕਿ ਮੈਨੂੰ ਕਿਸੇ ਦੇ ਵਿੱਚ ਡੋਬ ਦੇ। ਵਾਰਿਸ ਸ਼ਾਹ ਮੀਆਂ ਜੈਦਾ ਕੋਈ ਨਾਹੀਂ, ਮਿਹਰ ਉਸ ਥੋਂ ਨਾਹੀਂ ਵਿਛੋੜ ਕੇ ਜੀ। ਹੁਣ ਅੱਗਿਓਂ ਜਿਹੜਾ ਆ ਉਹ ਕਹਿ ਰਹੇ ਨੇ ਕਿ ਤੇਰੇ ਦੁਆਰੇ ਜਿਹੜਾ ਆ ਇੱਕ ਆਸ ਦੇ ਉੱਤੇ ਵਿਅਕਤੀ ਤੇਰੇ ਕੋਲ ਆ ਕੇ ਡਿੱਗਿਆ ਹੋਇਆ, ਇਸ ਕਰਕੇ ਜਿਹੜਾ ਤੈਨੂੰ ਉਹਦਾ ਦਿਲ ਜਿਹੜਾ ਆ ਉਹ ਨਹੀਂ ਤੋੜਨਾ ਚਾਹੀਦਾ, ਕਿ ਜਿਸ ਬੰਦੇ ਦਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈਗਾ, ਉਸ ਉੱਤੇ ਜਿਹੜਾ ਆ ਮਿਹਰ ਦਾ ਜਿਹੜਾ ਆ ਉਹ ਤੂੰ ਤਿਆਗ ਕਿਉਂ ਨਹੀਂ ਕਰਨਾ ਚਾਹੁੰਦਾ, ਉਸ ਨੂੰ ਤੂੰ ਜੋਗ ਧਾਰਨ ਕਿਉਂ ਨਹੀਂ ਦੇਣਾ ਚਾਹੁੰਦਾ। ਰਾਂਝੇ ਦਾ ਜੋਗ ਲੈਣਾ। ਬਾਲਨਾਥ ਨੇ ਸਾਹਮਣੇ ਸੱਦ ਧੀਦੋ ਜੋ ਕਿ ਰਾਂਝੇ ਦਾ ਨਾਮ ਹੈ, ਜੋਗ ਦੇਣ ਨੂੰ ਪਾਸ ਬਹਾਲਿਆ ਸੂ, ਰੋੜ ਭੋੜ ਹੋਇਆ ਸਵਾ ਮਲੀ ਮੂੰਹ ਤੇ, ਸਭੋ ਕੋੜਮੇ ਦਾ ਨਾਉ ਗਾਲਿਆ ਸੂ। ਰੋੜ ਭੋੜ ਮਤਲਬ ਕਿ ਜਿਹੜੇ ਸਿਰ ਦੇ ਵਾਲ ਨੇ ਉਹ ਮੁੰਨ ਦੇਣੇ, ਲਾ ਦੇਣੇ ਤੇ ਟਿੰਡ ਕੱਢ ਦੇਣੀ। ਸਭੋ ਕੋੜਮੇ ਦਾ ਮਤਲਬ ਹੈਗਾ ਖਾਨਦਾਨ। ਕੰਨ ਪਾੜ ਕੇ ਝਾੜ ਕੇ ਹਿਰਸ ਹਸਰਤ ਮਤਲਬ ਲਾਲਚ ਤੇ ਖਾਹਿਸ਼ਾਂ ਜਿਹੜੀਆਂ ਨੇ, ਇੱਕ ਭਲਕ ਵਿੱਚ ਮੁੰਨ ਵਿਖਾਲਿਆ ਸੂ, ਜਿਹਾ ਪੁੱਤਰਾਂ ਤੇ ਮਾਪੇ ਮਿਹਰ ਕਰਦੇ, ਜਾਪੇ ਦੁੱਧ ਪਿਆਏ ਕੇ ਪਾਲਿਆ ਸੂ। ਹੁਣ ਜਿਹੜਾ ਆ ਰਾਂਝਾ ਬਾਲਨਾਥ ਦੇ ਕੋਲੋਂ ਜਿਹੜਾ ਜੋਗ ਧਾਰਨ ਕਰਨ ਲੱਗਦਾ ਹੈ, ਕਿ ਕਹਿੰਦੇ ਕਿ ਬਾਲਨਾਥ ਨੇ ਜਦੋਂ ਧੀਦੋ ਰਾਂਝੋ ਨੂੰ ਸੱਦ ਕੇ ਉਹਨੂੰ ਜੋਗ ਦੇਣ ਵਾਸਤੇ ਜਦੋਂ ਬਿਠਾਉਂਦੇ ਨੇ, ਤੇ ਉਸ ਸਮੇਂ ਜਿਹੜਾ ਆ ਉਹਦੇ ਵਾਲ ਜਿਹੜੇ ਉਹ ਮੁੰਨ ਦਿੱਤੇ ਜਾਂਦੇ ਨੇ, ਉਹਨੂੰ ਰੋਡਾ ਬੋਡਾ ਕਰ ਦਿੱਤਾ ਜਾਂਦਾ ਹੈ, ਤੇ ਉਹਦੇ ਮੂੰਹ ਤੇ ਜਿਹੜੀ ਸੀਗੀ ਉਹ ਸਵਾਹ ਮਲ ਦਿੱਤੀ। ਤੇ ਉਸ ਤੋਂ ਬਾਅਦ ਕਹਿੰਦੇ ਇਸ ਪ੍ਰਕਾਰ ਜੋਗੀ ਬਣ ਕੇ ਜਿਹੜਾ ਆ ਉਸਨੇ ਆਪਣੇ ਪੂਰੇ ਖਾਨਦਾਨ ਦਾ ਜਿਹੜਾ ਨਾਮ ਜਿਹੜਾ ਆ ਉਹ ਗਾਲ ਦਿੱਤਾ। ਕੰਨ ਪਾੜ ਕੇ ਝਾੜ ਕੇ, ਫਿਰ ਕਹਿੰਦਾ ਕਿ ਬਾਲਨਾਥ ਨੇ ਜਿਹੜਾ ਆ ਉਹਦੇ ਕੰਨ ਪਾੜੇ ਤੇ ਉਹਦੇ ਮਨ ਦੇ ਵਿੱਚੋਂ ਸਾਰਾ ਲਾਲਚ ਤੇ ਝੋਰਾ ਜਿਹੜਾ ਉਹ ਝਾੜ ਦਿੱਤਾ। ਤੇ ਕਹਿੰਦੇ ਕਿ ਇਸ ਤਰ੍ਹਾਂ ਬਾਲਨਾਥ ਨੇ ਉਸ ਨੂੰ ਇੱਕ ਜਿਹੜਾ ਆ ਉਹ ਨਵਾਂ ਰੂਪ ਦੇ ਦਿੱਤਾ। ਜਿਹਾ ਪੁੱਤਰਾਂ ਤੇ ਮਾਪੇ ਮਿਹਰ ਕਰਦੇ, ਕਹਿੰਦੇ ਕਿ ਜਿਵੇਂ ਜਿਹੜਾ ਆ ਬਾਪ ਜਿਹੜੇ ਹੁੰਦੇ ਨੇ ਉਹ ਉਹਨਾਂ ਦੇ ਉੱਪਰ ਜਿਹੜੀ ਹੈ, ਬਾਪ ਪੁੱਤਰਾਂ ਦੇ ਉੱਤੇ ਜਿਹੜਾ ਆ ਪੂਰੀ ਮਿਹਰ ਕਰਦਾ ਆ, ਤੇ ਕਹਿੰਦੇ ਕਿ ਇਸ ਤਰ੍ਹਾਂ ਲੱਗਦਾ ਪਿਆ ਸੀਗਾ ਕਿ ਜਿਵੇਂ ਬਾਲਨਾਥ ਨੇ ਉਸ ਨੂੰ ਦੁੱਧ ਪਿਲਾ ਕੇ ਪਾਲਿਆ ਹੋਵੇ। ਸਵਾ ਅੰਗ ਰਮਾਏ ਸਿਰ ਮੁੰਨੀ ਅੱਖੀ, ਪਾਏ ਮੁੰਦਰਾਂ 'ਚ ਚਾ ਨਵਾਲਿਆ ਸੂ। ਫਿਰ ਕਹਿੰਦੇ ਬਾਲਨਾਥ ਨੇ ਜਿਹੜਾ ਆ ਉਸਨੂੰ ਉਹਦਾ ਸਿਰ ਮੁੰਨਿਆ ਸੀ, ਫਿਰ ਉਹਨੂੰ ਨਵਾ ਕੇ ਉਹਦੇ ਅੰਗਾਂ ਦੇ ਉੱਤੇ ਜਿਹੜੀ ਸੀ ਸਵਾਹ ਮੱਲੀ ਸੀਗੀ, ਤੇ ਕੰਨਾਂ ਦੇ ਵਿੱਚ ਉਹਦੇ ਜਿਹੜਾ ਆ ਉਹ ਮੁੰਦਰਾਂ ਪਵਾ ਦਿੱਤੀਆਂ। ਖਬਰਾਂ ਕੁੱਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀ ਅੜਾ ਸਾਜ ਵਿਖਾਲਿਆ ਸੂ, ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂ, ਜੱਟ ਫੇਰ ਮੁੜ ਭੰਨ ਕੇ ਗਾਲਿਆ ਸੂ। ਫਿਰ ਕਹਿੰਦੇ ਕਿ ਜਦੋਂ ਰਾਂਝੇ ਨੇ ਜੋਗ ਧਾਰਨ ਕਰ ਲਿਆ, ਆਪਣੇ ਵਾਲ ਮੁਨਾ ਦਿੱਤੇ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਸਵਾਹ ਮਲ ਲਈ, ਕਹਿੰਦੇ ਕਿ ਜਦੋਂ ਉਹ ਜੋਗ ਧਾਰਨ ਕਰ ਲਿਆ, ਉਸ ਸਮੇਂ ਜਿਹੜੀ ਗੱਲ ਜਿਹੜੀ ਸੀ ਸਾਰੇ ਸੰਸਾਰ ਦੇ ਵਿੱਚ ਧੁੰਮ ਗਈ ਕਿ ਰਾਂਝੇ ਨੇ ਜੋਗੀ ਦਾ ਰੂਪ ਧਾਰ ਲਿਆ ਹੈ। ਇਸ ਕਰਕੇ ਕਵੀ ਇਹ ਕਹਿ ਰਿਹਾ ਕਿ ਬਾਲਨਾਥ ਨੇ ਰਾਂਝੇ ਨੂੰ ਇਸ ਤਰ੍ਹਾਂ ਦਾ ਨਵਾਂ ਰੂਪ ਦੇ ਦਿੱਤਾ ਹੋਇਆ ਸੀਗਾ, ਕਿ ਇਸ ਤਰ੍ਹਾਂ ਦਾ ਨਵਾਂ ਰੂਪ ਦਿੱਤਾ ਸੀਗਾ ਕਿ ਜਿਸ ਤਰ੍ਹਾਂ ਜਿਹੜਾ ਆ ਸੁਨਿਆਰ ਜਿਹੜਾ ਆ ਉਹ ਗਹਿਣੇ ਨੂੰ ਭੁੰਨ ਕੇ ਮੁੜ ਭੱਠੀ ਦੇ ਵਿੱਚ ਗਾਲਦਾ ਹੈ, ਤੇ ਇੱਕ ਨਵਾਂ ਜਿਹੜਾ ਉਸ ਗਹਿਣੇ ਦਾ ਨਵਾਂ ਰੂਪ ਦੇ ਦਿੰਦਾ ਆ। ਇਸ ਤਰ੍ਹਾਂ ਜਿਹੜਾ ਸੀਗਾ ਬਾਲਨਾਥ ਨੇ ਰਾਂਝੇ ਨੂੰ ਜੋਗ ਦੇ ਵਿੱਚ ਇੱਕ ਨਵਾਂ ਰੂਪ ਦੇ ਦਿੱਤਾ ਸੀ।
ਬਾਲਨਾਥ ਵੱਲੋਂ ਰਾਂਝੇ ਨੂੰ ਨਸੀਹਤ ਦਿੱਤੀ, ਦਿਖਣਾ ਰੱਬ ਦੀ ਯਾਦ ਰੱਖੀ, ਗੁਰੂ ਜੋਗ ਦੇ ਭੇਤ ਨੂੰ ਪਾਈਏ ਜੀ, ਨਾਏ ਧੋਏ ਕੇ ਖੂਬ ਵਿਭੂਤ ਮਲੀਏ, ਚਾਹੇ ਕਿਸ ਵਿਦ ਅੰਗ ਵਟਾਈਏ ਜੀ। ਹੁਣ ਬਾਲਨਾਥ ਜਿਹੜਾ ਰਾਂਝੇ ਨੂੰ ਜਦੋਂ ਜੋਗ ਧਾਰਨ ਕਰ ਦਿੰਦਾ ਆ, ਉਸ ਤੋਂ ਬਾਅਦ ਉਹਨੂੰ ਜਿਹੜਾ ਨਸੀਹਤਾਂ ਦਿੰਦਾ ਹੈ ਕਿ ਰਾਂਝੇ ਨੂੰ ਜਦੋਂ ਜੋਗ ਰੂਪ ਦੇ ਵਿੱਚ ਉਹ ਬਾਲਨਾਥ ਜਿਹੜਾ ਉਸਨੂੰ ਉਪਦੇਸ਼ ਇਹ ਦਿੰਦਾ ਆ ਕਿ ਰੱਬ ਨੂੰ ਕਿਸ ਤਰ੍ਹਾਂ ਯਾਦ ਕਰਨਾ ਹੈ। ਠੀਕ ਹੈ, ਉਸਨੇ ਉਹਨੂੰ ਕਿਹਾ ਕਿ ਗੁਰੂ ਤੇ ਜੋਗ ਦਾ ਸਾਰਾ ਭੇਤ ਜਿਹੜਾ ਤੂੰ ਹੁਣ ਤੂੰ ਪਾ ਲਿਆ ਹੋਇਆ ਆ, ਇਸ ਕਰਕੇ ਜਿਹੜਾ ਉਸਨੂੰ ਹਰ ਰੋਜ਼ ਨਹਾ ਧੋ ਕੇ ਜਿਹੜਾ ਆ ਆਪਣੇ ਪਿੰਡੇ ਦੇ ਉੱਪਰ ਸਵਾਹ ਮਲਣੀ ਚਾਹੀਦੀ ਹੈ, ਤੇ ਹਰ ਪ੍ਰਕਾਰ ਦੇ ਚਾਅ ਤੇ ਸ਼ੌਂਕ ਜਿਹੜੇ ਨੇ ਉਹਨਾਂ ਤੋਂ ਤੈਨੂੰ ਦੂਰ ਰਹਿਣਾ ਪੈਣਾ ਹੈ। ਸਿੰਘੀ ਫਾਹੁੜੀ ਖੱਪੜੀ ਹੱਥ ਲੈ ਕੇ, ਪਹਿਲਾਂ ਰੱਬ ਦਾ ਨਾਉ ਧਿਆਈਏ ਜੀ, ਨਗਰ ਅਲਖ ਜਗਾਏ ਕੇ ਜਾਏ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ। ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਕਹਿ ਰਿਹਾ ਬਾਲਨਾਥ ਕਿ ਉਸਨੂੰ ਆਪਣੀ ਸਿੰਘੀ ਫੁਹੜੀ ਤੇ ਖੱਪੜੀ ਹੱਥ ਦੇ ਵਿੱਚ ਲੈ ਕੇ ਸਭ ਤੋਂ ਪਹਿਲਾਂ ਜਿਹੜਾ ਉਹ ਪਰਮਾਤਮਾ ਦਾ ਨਾਮ ਜਿਹੜਾ ਉਹ ਧਿਆਉਣਾ ਚਾਹੀਦਾ ਹੈ, ਅਤੇ ਫਿਰ ਅਲਖ ਜਗਾ ਕੇ ਨਗਰ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਦਾ ਨਾਮ ਜੇ ਲੈ ਕੇ ਉਹਨੂੰ ਨਗਰ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਦੇ ਵਿੱਚ ਜਿਹੜਾ ਆ ਉਹ ਪ੍ਰਵੇਸ਼ ਕਰਨਾ ਚਾਹੀਦਾ ਹੈ। ਤੇ ਉੱਥੇ ਜਾ ਕੇ ਕੀ ਕਰਨਾ ਹੈ, ਉੱਥੇ ਜਦੋਂ ਜੋਗੀ ਨਾਦ ਵਜਾਉਂਦਾ ਹੈ ਤਾਂ ਸਾਰੇ ਪਾਪ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਸੁਖੀ ਦਵਾਰ ਵਸੇ ਜੋਗੀ ਭੀਖ ਮੰਗੇ, ਦੇਣੀ ਦੁਆਏ ਅਸੀਸ ਸੁਣਾਈਏ ਜੀ, ਇसी भांत से नगर दी भीख लैके मस्त लटकदे दवार को आइए जी। फिर उस तो बाद जिहड़ा आ बालनाथ नूं ये समझा रहा है कि जदों तू नगर दे विच जाना है तो जोगी दा काम की हैगा आ, जोगी दा काम यही है कि भीख मंगना। ठीक है, तो वह दवार सुखी वसदा है। और उस तो बाद भिखिया लैण दे मगरों जिहड़ा आ उन्हें की करना आ, भिखिया लैण मगरों घर वालियां दे सुख दे लई उहनूं अरदास जिहड़ी है ओह करनी पैनी है, ते उन्हां नूं जिहड़ा आ असीस देनी पवेगी। इसी भांत से नगर की भीख लैके फिर उस तो बाद जिहड़ा आ इस तरह जिन्ने भी जिहड़े नगर ने उन्हां विचों भीख मंग के मस्त लटकदे होए जिहड़ा आ वापस जिहड़ा आ डेरे दे विच आ जाना है। वड्डी माँ ही जान के करो नहचा, छोटी भैन मिसाल कराइए जी, वारिशा यकीन दी कुल्ला बद्दी, सबो हक ही हक ठहराइए जी। फिर बालनाथ उन्होंने कह रहा आ कि जदों तू वापस जिहड़ा आ उत्थों आ जाना अपने नगर दे विच वापस आ जावेगा, तो उस समय कहते कि जदों भी जोग धारण करना है तो उस समय जिहड़ी है कोई भी वड्डी उम्र की इस्त्री जेकर तैनूं दिखे तो वह तेरी तू समझ लेना कि वह तेरी माँ है, अते छोटी इस्त्री नूं भैण दे बराबर जिहड़ा वो समझना है। वारिशा कहते हैं कि बालनाथ ने जिहड़ा आ रांझे नूं कहा कि यकीन दी कला दे विच बज के, कि जो यकीन रखना अपने अंदर ओदी कला दे विच बज के सब कुछ जिहड़ा आ वो सच ही सच आखना है। कि जेकर जोग धारण किया होया तो तेरा काम सिर्फ हैगा भिखिया मंगना, भिखिया जिथों तू लै रहा होया उत्थों भिखिया मंग के तू नाल ही लोकां दे लई अरदास करनी है, उन्हां दे भले दी अरदास करनी है, तां भीख मंग के तू सीधा अपने वापस डेरे दे विच आ जाना है। जे कोई भी वड्डी इस्त्री लगे तो उन्होंने तू माँ समझना है, तो जिहड़ी छोटी है तो उन्होंने तो अपनी भैन समझना है। कि ये जिहड़ा जोग जिहड़ा हैगा इनू अपने अंदर तू यकीन दी कला बनानी है, तो सब कुछ जिहड़ा कुछ भी झूठ नहीं आखना, सब कुछ हक ही हक ठहराई जी, कि सच ही सच जिहड़ा तैनूं आखना पवेगा।